ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਵਾਲੇ ਹਾਂ ਚੈਪਟਰ 2 ਪੋਲਰ ਇਕੁਏਸ਼ਨ ਆਫ ਅ ਕੋਨਿਕ ਦੀਆਂ ਕੁਝ ਨਿਊਮੈਰੀਕਲ ਪ੍ਰੋਬਲਮਸ। ਸਭ ਤੋਂ ਪਹਿਲਾਂ ਬੱਚੇ ਕੋਨਿਕ ਕੀ ਸੀਗਾ, ਡੈਫੀਨੇਸ਼ਨ ਨੂੰ ਰਿਕਾਲ ਕਰ ਲੈਂਦੇ ਹਾਂ। ਉਸ ਤੋਂ ਬਾਅਦ ਪੋਲਰ ਇਕੁਏਸ਼ਨ ਆਫ ਅ ਕੋਨਿਕ ਕੀ ਸੀ, ਉਸ ਤੋਂ ਬਾਅਦ ਅਸੀਂ ਆਪਣੀ ਪ੍ਰੋਬਲਮਸ ਨੂੰ ਸੋਲਵ ਕਰਾਂਗੇ। ਕੋਨਿਕ ਕੀ ਆ ਬੱਚੇ, ਕੋਨਿਕ ਦੀ ਡੈਫੀਨੇਸ਼ਨ ਸਾਡੇ ਕੋਲ ਕੀ ਸੀਗੀ। ਕੋਨਿਕ ਇਜ਼ ਅ ਲੋਕਸ, ਇਹ ਸਾਡੇ ਕੋਲ ਇੱਕ ਲੋਕਸ ਹੁੰਦਾ of a point which moves so that its distance from a fixed point is in a constant ratio to its distance from a fixed straight line। ਕਹਿਣ ਦਾ ਮਤਲਬ ਕੀ ਹੈ ਬੱਚੇ, ਕਹਿੰਦੇ ਇੱਕ ਪਾਥ ਹੋਏਗਾ ਸਾਡੇ ਕੋਲ। ਲੋਕਸ ਕੀ ਸੀਗਾ, ਪਾਥ ਸੀਗਾ ਜਿਹੜਾ ਕਿ ਪੁਆਇੰਟਸ ਨੂੰ ਲੋਕੇਟ ਕਰਕੇ ਬਣਦਾ ਜੋ ਕਿਸੇ ਸਪੈਸੀਫਾਈ ਕੰਡੀਸ਼ਨ ਨੂੰ ਸੈਟਿਸਫਾਈ ਕਰਦੇ ਹੁੰਦੇ ਆ। ਸੋ ਆਪਾਂ ਨੇ ਕੀ ਕਿਹਾ, ਕਹਿੰਦੇ ਕੋਈ ਇਹੋ ਜਿਹੀ ਲੋਕਸ, ਇਹੋ ਜਿਹੇ ਪੁਆਇੰਟਸ ਆ ਲੋਕਸ ਜਿਹਦਾ ਕਿਸੇ ਇੱਕ ਫਿਕਸ ਪੁਆਇੰਟ ਤੋਂ ਬੱਚੇ, ਜੇ ਇਸ ਕੋਨਿਕ ਦਾ ਇਸ ਕਰਵ 'ਤੇ ਅਸੀਂ ਕੋਈ ਪੁਆਇੰਟ ਦੇਖਿਆ ਅਤੇ ਉਹਦਾ ਡਿਸਟੈਂਸ ਕਿਸੇ ਇੱਕ ਫਿਕਸ ਪੁਆਇੰਟ ਤੋਂ ਅਤੇ ਉਸੇ ਪੁਆਇੰਟ ਦਾ ਡਿਸਟੈਂਸ ਕਿਸੇ ਇੱਕ ਫਿਕਸ ਲਾਈਨ ਤੋਂ, ਜੇਕਰ ਇਹਨਾਂ ਦੋਹਾਂ ਡਿਸਟੈਂਸ ਦੀ ਰੇਸ਼ੋ, ਮੰਨ ਲਓ ਇਹਨੂੰ ਅਸੀਂ ਐਫ ਦਿੱਤਾ ਨੇਮ, ਇਹਨੂੰ ਪੀ ਅਤੇ ਇਹਨੂੰ ਓ, ਤਾਂ ਅਸੀਂ ਕਹਾਂਗੇ ਓ ਪੀ ਅਤੇ ਐਫ ਪੀ ਦੀ ਰੇਸ਼ੋ ਆ ਜਿਹੜੀ ਉਹ ਕੌਨਸਟੈਂਟ ਹੋਣੀ ਚਾਹੀਦੀ ਹੈ। ਜਿੱਥੇ ਇਹ ਡਿਸਟੈਂਸ ਦੀ ਰੇਸ਼ੋ ਸਾਡੇ ਕੋਲ ਕੌਨਸਟੈਂਟ ਹੋਏਗੀ, ਉਸ ਕਰਵ ਨੂੰ ਜਾਂ ਉਸ ਪੁਆਇੰਟ ਲੋਕਸ ਨੂੰ ਅਸੀਂ ਕੀ ਬੋਲਾਂਗੇ, ਜਾਂ ਉਸ ਪਾਥ ਨੂੰ ਅਸੀਂ ਕੀ ਬੋਲਾਂਗੇ, ਕੋਨਿਕ ਸੈਕਸ਼ਨ ਬੋਲਾਂਗੇ। ਹੁਣ ਇਸ ਕੋਨਿਕ ਸੈਕਸ਼ਨ ਦੀ ਅਸੀਂ ਨੇ ਜਰਨਲ ਇਕੁਏਸ਼ਨ ਕੀਤੀ ਸੀਗੀ। ਜਰਨਲ ਇਕੁਏਸ਼ਨ ਇਨ ਦਾ ਕਾਰਟੇਜ਼ਨ ਫਾਰਮ ਸਾਡੇ ਕੋਲ ਸੀਗੀ ਐਕਸ ਏ ਐਕਸ ਸਕੇਅਰ ਪਲੱਸ 2HXY ਪਲੱਸ BY ਸਕੇਅਰ ਪਲੱਸ 2HX ਪਲੱਸ 2FY ਪਲੱਸ C। ਜਦੋਂ ਬੱਚੇ ਅਸੀਂ ਕਾਰਟੇਜ਼ਨ ਫਾਰਮ ਦੇ ਵਿੱਚ ਇਹਦੀ ਜਰਨਲ ਇਕੁਏਸ਼ਨ ਦੀ ਗੱਲ ਕਰਦੇ ਹਾਂ ਕੋਨਿਕ ਦੀ, ਤਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਸੀ। ਹੁਣ ਅਸੀਂ ਅੱਜ ਇਹਦੇ ਵਿੱਚ ਡਿਸਕਸ ਕਰਨ ਵਾਲੇ ਹਾਂ ਪੋਲਰ ਇਕੁਏਸ਼ਨ ਆਫ ਆ ਕੋਨਿਕ। ਪੋਲਰ ਕੋਆਰਡੀਨੇਟਸ ਕੀ ਹੁੰਦੇ ਆ, ਜਦੋਂ ਬੱਚੇ ਅਸੀਂ ਮੇਨਲੀ ਐਕਸ ਨੂੰ ਕਿਹਦੇ ਵਿੱਚ ਪੁੱਟ ਕਰ ਦਿੰਦੇ ਹਾਂ, ਆਰ ਕੋਸ ਆਫ ਥੀਟਾ, ਵਾਈ ਨੂੰ ਪੁੱਟ ਕਰਦੇ ਹਾਂ ਆਰ ਸਾਈਨ ਆਫ ਥੀਟਾ, ਫਿਰ ਜਿਹੜੀ ਅਸੀਂ ਪੋਲਰ ਇਕੁਏਸ਼ਨ ਦੇ ਫਾਰਮ ਵਿੱਚ ਇਹਨਾਂ ਨੂੰ ਕਨਵਰਟ ਕਰ ਲੈਂਦੇ ਹਾਂ। ਹੁਣ ਕੋਨਿਕ ਦੀ ਪੋਲਰ ਇਕੁਏਸ਼ਨ ਕੀ ਸੀਗੀ, ਅਸੀਂ ਉਹ ਆਰਟੀਕਲ ਪ੍ਰੂਫ ਕਰ ਚੁੱਕੇ ਹਾਂ ਸੈਕਿੰਡ ਚੈਪਟਰ ਦਾ, ਜਿਹਦੇ ਵਿੱਚ ਅਸੀਂ ਪ੍ਰੂਫ ਕਰਾਇਆ ਸੀਗਾ ਕਿ ਕਿਸੇ ਵੀ ਕੋਨਿਕ ਦੀ ਪੋਲਰ ਇਕੁਏਸ਼ਨ ਕੀ ਹੁੰਦੀ ਹੈ, L/R ਇਜ਼ ਇਕੁਅਲ ਟੂ 1 - E cos ਆਫ ਥੀਟਾ, ਜਿੱਥੇ ਵਿੱਚ L ਕੀ ਹੁੰਦੀ ਹੈ, ਸੈਮੀ ਲੈਟਿਸ ਰੈਕਟਮ ਦੀ ਲੈਂਥ, ਐਂਡ E ਕੀ ਹੁੰਦੀ ਹੈ, ਐਕਸੈਂਟ੍ਰਿਸਿਟੀ ਹੁੰਦੀ ਹੈ। ਇਹਦੇ ਅਕੋਰਡਿੰਗ ਸਾਡਾ ਕੋਨਿਕ ਆ ਜਿਹੜਾ ਡਿਸਾਈਡ ਕੀਤਾ ਜਾਂਦਾ ਕਿ ਉਹ ਪੈਰਾਬੋਲਾ, ਅਲਿਪਸਾ ਜਾਂ ਹਾਈਪਰਬੋਲਾ ਫਾਰਮ ਕਰ ਰਿਹਾ। ਜੇ ਚਾਹੋ ਤਾਂ ਕਮੈਂਟਸ ਦੇ ਵਿੱਚ ਦੱਸ ਦੇਣਾ, ਅਸੀਂ ਇਸ ਆਰਟੀਕਲ ਦੀ ਵੀ ਆਪਾਂ ਵੀਡੀਓ ਨੂੰ ਡਿਸਕਸ ਕਰ ਲਾਂਗੇ, ਵੀਡੀਓ ਬਣਾ ਕੇ ਇਹਨੂੰ ਡਿਸਕਸ ਕਰ ਲਾਂਗੇ। ਹੁਣ ਦੇਖਦੇ ਹਾਂ ਬੱਚੇ ਇਸ ਆਰਟੀਕਲ ਦੇ ਅਕੋਰਡਿੰਗ ਇਹਨਾਂ ਐਗਜ਼ਾਮਪਲਸ ਨੂੰ ਅਸੀਂ ਨੇ ਕਿਵੇਂ ਸੋਲਵ ਕਰਨਾ। ਦੇਖੋ ਇਹ ਸੀਗੀ ਸਾਡੇ ਕੋਲ ਕਿਹਦੀ ਇਕੁਏਸ਼ਨ, ਕੋਨਿਕ ਦੀ ਪੋਲਰ ਇਕੁਏਸ਼ਨ। ਇਸ ਕੋਨਿਕ ਦੀ ਪੋਲਰ ਇਕੁਏਸ਼ਨ ਤੋਂ ਬਾਅਦ ਵਿੱਚ ਅਸੀਂ ਹੋਰ ਆਰਟੀਕਲ ਦੇਖੇ ਸੀਗੇ, ਜਿਹਦੇ ਵਿੱਚ ਅਸੀਂ ਦੇਖਿਆ ਕਿ ਇਸ ਕੋਨਿਕ ਦੇ ਵਿੱਚ ਜੇਕਰ ਕੋਈ ਕੋਡ ਹੁੰਦੀ ਆ ਉਹਦੀ ਇਕੁਏਸ਼ਨ ਕੀ ਬਣੂਗੀ ਪੋਲਰ ਫਾਰਮ ਦੇ ਵਿੱਚ। ਜੇ ਇਸ ਕੋਨਿਕ ਦੀ ਕੋਈ ਟੇਂਜੈਂਟ ਲਾਈਨ ਆ ਤਾਂ ਉਸਦੀ ਇਕੁਏਸ਼ਨ ਕੀ ਹੋਊਗੀ। ਜੇਕਰ ਇਸ ਕੋਨਿਕ ਦੀ ਕੋਈ ਟੇਂਜੈਂਟ ਲਾਈਨ ਦੀ ਨਾਰਮਲ ਆ ਤਾਂ ਉਹਦੀ ਇਕੁਏਸ਼ਨ ਕੀ ਹੋਊਗੀ, ਜਾਂ ਕੋਡ ਆਫ ਕੰਟੈਕਟ ਆਫ ਟੇਂਜੈਂਟ ਲਾਈਨ ਕੀ ਹੋਏਗੀ। ਅਸੀਂ ਸਾਰਾ ਕੁਛ ਇਹਦੇ ਆਰਟੀਕਲਸ 'ਚ ਕਰ ਚੁੱਕੇ ਹਾਂ। ਹੁਣ ਫਸਟ ਐਗਜ਼ਾਮਪਲ ਦੇਖਦੇ ਹਾਂ। ਇੱਕ ਗੱਲ ਹੋਰ ਬੱਚੇ ਇੱਥੇ ਕਲੀਅਰ ਕਰੋਗੇ ਕਿ ਸਾਡੇ ਕੋਲ L/R, ਕਈ ਬੁੱਕਸ ਦੇ ਵਿੱਚ ਬੱਚੇ ਇਹਨੂੰ L/R 1 + E cos ਥੀਟਾ ਲੈ ਲੈਂਦੇ ਆ। ਸੋ ਇਹ ਪ੍ਰੋਬਲਮ ਨਹੀਂ ਹੈਗੀ ਕਿ ਹਾਂਜੀ ਉਹਨਾਂ ਨੇ ਪਲੱਸ ਨਾਲ ਕੀਤਾ ਸੀ ਮਾਈਨਸ ਨਾਲ ਤਾਂ ਗਲਤ ਹੋਏਗਾ, ਨਹੀਂ ਜੀ, ਦੋਨੋਂ ਇਕੁਏਸ਼ਨਸ ਬੱਚੇ ਦੀਆਂ ਸਹੀ ਹੁੰਦੀਆਂ ਨੇ। L/R ਇਜ਼ ਇਕੁਅਲ ਟੂ 1 - E cos ਥੀਟਾ ਨਾਲ ਵੀ ਸੋਲਵ ਹੋ ਸਕਦਾ, L/R 1 + E cos ਥੀਟਾ ਨਾਲ ਵੀ ਸੋਲਵ ਕਰ ਸਕਦੇ ਹਾਂ। ਫਸਟ ਐਗਜ਼ਾਮਪਲ ਆ, ਫਾਈਂਡ ਇਨ ਦੀ ਪੋਲਰ ਕੋਆਰਡੀਨੇਟ ਦੀ ਇਕੁਏਸ਼ਨ ਆਫ ਅ ਕੋਨਿਕ ਵਿਦ ਦ ਫੋਕਸ ਐਟ ਦੀ ਪੋਲ ਐਂਡ ਦੀ ਗਿਵਨ ਐਕਸੈਂਟ੍ਰਿਸਿਟੀ ਐਂਡ ਡਾਇਰੈਕਟ੍ਰਿਸ। ਪੋਲ ਅਸੀਂ ਵਿੱਚ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਕਹਿੰਦੇ ਸਾਨੂੰ ਇਸ ਦੇ ਵਿੱਚ ਅਸੀਂ ਫਾਈਂਡ ਕੀ ਕਰਨਾ, ਪੋਲਰ ਇਕੁਏਸ਼ਨ ਆਫ ਅ ਕੋਨਿਕ ਫਾਈਂਡ ਕਰਨੀ ਹੈ। ਐਕਸੈਂਟ੍ਰਿਸਿਟੀ ਦਿੱਤੀ ਹੋਈ ਹੈ ਐਂਡ ਡਾਇਰੈਕਟ੍ਰਿਸ ਦੀ ਵੈਲਿਊ ਦਿੱਤੀ ਹੋਈ ਹੈ। ਬੱਚੇ ਡਾਇਰੈਕਟ੍ਰਿਸ ਕੀ ਹੁੰਦੀ ਆ ਕੋਨਿਕ ਸੈਕਸ਼ਨ ਦੀ, ਮੰਨ ਲਓ ਜੇ ਇਹ ਸਾਡਾ ਫਿਕਸ ਪੁਆਇੰਟ ਆ, ਇਹਨੂੰ ਅਸੀਂ ਜੇ ਫੋਕਸ ਬੋਲ ਰਹੇ ਹਾਂ ਤਾਂ ਬੱਚੇ ਜਿਹੜੀ ਆਹ ਲਾਈਨ ਹੋਏਗੀ ਸਟ੍ਰੇਟ ਲਾਈਨ, ਜੀ ਤੋਂ ਅਸੀਂ ਇਹਨਾਂ ਦੀ ਰੇਸ਼ੋ ਚੈੱਕ ਕਰ ਰਹੇ ਹਾਂ, ਆਹ ਡਿਸਟੈਂਸ ਦੀ ਰੇਸ਼ੋ ਚੈੱਕ ਕਰ ਰਹੇ ਹਾਂ, ਤਾਂ ਆਹ ਜਿਹੜੀ ਸਟ੍ਰੇਟ ਲਾਈਨ ਇਹਨੂੰ ਕੀ ਬੋਲਾਂਗੇ ਅਸੀਂ, ਡਾਇਰੈਕਟ੍ਰਿਸ। ਅਤੇ ਪੋਲਰ ਫਾਰਮ ਦੇ ਵਿੱਚ ਇਸ ਡਾਇਰੈਕਟ੍ਰਿਸ ਦੀ ਇਕੁਏਸ਼ਨ ਕੀ ਹੁੰਦੀ ਹੈ, L/R ਇਜ਼ ਇਕੁਅਲ ਟੂ -E cos ਆਫ ਥੀਟਾ। ਸੋ ਬੱਚੇ ਸਾਨੂੰ ਕੀ ਕਹਿ ਰਿਹਾ ਇੱਥੇ, ਕਹਿੰਦੇ ਸਾਨੂੰ ਐਕਸੈਂਟ੍ਰਿਸਿਟੀ ਦੀ ਵੈਲਿਊ ਦੇ ਰੱਖੀ ਆ ਅਤੇ ਇੱਕ ਕੰਡੀਸ਼ਨ R cos ਥੀਟਾ ਦੀ ਵੈਲਿਊ ਕਿਹਦੇ ਇਕੁਅਲ ਦੇ ਰੱਖੀ ਆ 2 ਦੇ। ਇਹਦਾ ਕੰਪੈਰੀਜ਼ਨ ਕਰਦੇ ਆ ਬੱਚੇ, ਕਹਿੰਦਾ L/R ਇਜ਼ ਇਕੁਅਲ ਟੂ -E cos ਆਫ ਥੀਟਾ ਹੁੰਦਾ ਡਾਇਰੈਕਟ੍ਰਿਸ ਦੀ ਇਕੁਏਸ਼ਨ, ਅਤੇ ਸਾਨੂੰ ਉਹਦੀ ਪਲੇਸ 'ਤੇ ਕੀ ਦੇ ਰੱਖਿਆ, R cos ਥੀਟਾ ਇਜ਼ ਇਕੁਅਲ ਟੂ 1। ਤਾਂ ਬੱਚੇ ਇਹਨੂੰ ਲਿਖ ਸਕਦੇ ਹਾਂ L ਇਜ਼ ਇਕੁਅਲ ਟੂ -E R cos ਆਫ
ਥੀਟਾ। ਜਦੋਂ ਬੱਚੇ ਮਾਈਨਸ ਈ ਆਰ ਕੋਸ ਥੀਟਾ, ਈ ਦੀ ਵੈਲਿਊ ਸਾਡੇ ਕੋਲ ਕਿੰਨੀ ਆ 1/2, ਸੋ ਐਲ ਦੀ ਵੈਲਿਊ ਕਿੰਨੀ ਆਏਗੀ -1/2, ਆਰ ਕੋਸ ਥੀਟਾ ਸਾਨੂੰ ਦੇ ਰੱਖਿਆ 2, ਬੱਚੇ 2 ਨਾਲ 2 ਕੈਂਸਲ, ਸੋ ਐਲ ਦੀ ਵੈਲਿਊ ਕਿੰਨੀ ਆਏਗੀ -1। ਹੁਣ ਐਲ ਦੀ ਵੈਲਿਊ ਆ ਗਈ। ਪੋਲਰ ਇਕੁਏਸ਼ਨ ਆਫ ਅ ਕੋਨਿਕ ਸਾਨੂੰ ਪਤਾ ਕਿ L upon R ਇਜ਼ ਇਕੁਅਲ ਟੂ 1 - E cos ਥੀਟਾ ਹੁੰਦੀ ਆ। ਇਹਦੇ ਵਿੱਚ ਵੈਲਿਊ ਸਬਸਟੀਟਿਊਟ ਕਰ ਦਿੰਦੇ ਆ ਬੱਚੇ। ਐਲ ਦੀ ਵੈਲਿਊ -1, -1 upon R ਇਜ਼ ਇਕੁਅਲ ਟੂ 1 - E cos ਆਫ ਥੀਟਾ। ਇਕੁਏਸ਼ਨ ਵਿੱਚ ਉਹਨੇ ਐਕਸੈਂਟ੍ਰਿਸਿਟੀ ਦੀ ਫਾਰਮ 'ਚ ਮੰਗਿਆ ਤਾਂ ਅਸੀਂ ਦੇ ਦਾਂਗੇ। ਜੇ ਉਹਨੇ ਐਕਸੈਂਟ੍ਰਿਸਿਟੀ ਦੀ ਵੈਲਿਊ ਪੁੱਟ ਕਰਨ ਤੋਂ ਬਾਅਦ ਮੰਗਿਆ ਤਾਂ ਇੱਥੇ ਈ ਦੀ ਵੈਲਿਊ ਅਸੀਂ ਸਬਸਟੀਟਿਊਟ ਕਰ ਦਾਂਗੇ 1/2। ਜੇ ਮਾਈਨਸ ਨੂੰ ਉੱਧਰ ਜਾ ਕੇ ਸੋਲਵ ਕਰਨਾ ਚਾਹੁੰਦੇ ਹੋ ਤਾਂ ਸੋਲਵ ਕਰ ਸਕਦੇ ਹੋ, ਨਹੀਂ ਸਾਡੀ ਇਹੀ ਇਕੁਏਸ਼ਨ ਹੋਏਗੀ, ਇਕੁਏਸ਼ਨ ਆਫ ਆ ਕੋਨਿਕ। ਇਸੇ ਤਰ੍ਹਾਂ ਇਹਦਾ ਸੈਕਿੰਡ ਪਾਰਟ ਅਸੀਂ ਦੇਖ ਲੈਂਦੇ ਹਾਂ। ਸੈਕਿੰਡ ਪਾਰਟ ਦੇ ਵਿੱਚ ਵੀ ਉਹਨਾਂ ਨੇ ਰਿਕੁਆਇਰ ਕੀ ਕਿਹਾ, ਕਹਿੰਦੇ ਇਕੁਏਸ਼ਨ ਆਫ ਆ ਕੋਨਿਕ ਲਿਖੋ ਇਨ ਦਾ ਪੋਲਰ ਕੋਆਰਡੀਨੇਟਸ। ਐਕਸੈਂਟ੍ਰਿਸਿਟੀ ਦੀ ਵੈਲਿਊ ਸਾਨੂੰ ਦੇ ਰੱਖੀ ਆ 1 ਐਂਡ ਜਿਹੜਾ ਸਾਨੂੰ ਹੋਰ ਦੇ ਰੱਖਿਆ ਬੱਚੇ ਆਰ ਕੋਸ ਥੀਟਾ ਮਾਈਨਸ ਐਲ π/4 ਇਜ਼ ਇਕੁਅਲ ਟੂ 2/2। ਬੱਚੇ ਇਹਦੇ ਵਿੱਚ ਵੀ ਅਗੇਨ ਮੈਂ ਕਹੂੰਗੀ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਜਦੋਂ ਸਾਡੇ ਕੋਲ ਇਕੁਏਸ਼ਨ ਇਸ ਟਾਈਪ ਦੀ ਵੀ ਅਸੀਂ ਲੈ ਸਕਦੇ ਹਾਂ L upon R ਇਜ਼ ਇਕੁਅਲ ਟੂ 1 - E cos ਥੀਟਾ ਮਾਈਨਸ ਗਾਮਾ। ਉਹ ਜੇ ਇਸ ਫਾਰਮ ਦੀ ਇਕੁਏਸ਼ਨ ਹੋਵੇ ਤਾਂ ਵੀ ਬੱਚੇ ਤੇ ਐਂਗਲ ਦੇ ਨਾਲ ਕੋਈ ਸਾਨੂੰ ਫਰਕ ਨਹੀਂ ਪਏਗਾ। ਇਹ ਵੀ ਸਾਡੇ ਕੋਲ ਕੀ ਹੁੰਦੀ ਆ ਕੋਨਿਕ ਦੀ ਪੋਲਰ ਇਕੁਏਸ਼ਨ ਨੂੰ ਅਸੀਂ ਕਹਿ ਸਕਦੇ ਹਾਂ। ਹੁਣ ਇੱਥੇ ਸਾਨੂੰ ਕੀ ਦੇ ਕੇ ਰੱਖਿਆ ਬੱਚੇ ਥੀਟਾ ਮਾਈਨਸ π/4, ਨੋ ਪ੍ਰੋਬਲਮ। ਕਹਿੰਦੇ ਫਿਰ ਇਹਦੀ ਸਾਡੇ ਕੋਲ ਕੀ ਹੋਊਗੀ L upon R ਇਜ਼ ਇਕੁਅਲ ਟੂ ਡਾਇਰੈਕਟਰੀਜ਼ ਦੀ ਇਕੁਏਸ਼ਨ ਵਿੱਚ ਉਹਦੇ ਅਕੋਰਡਿੰਗ ਹੋ ਜਾਊਗੀ ਮਾਈਨਸ ਆਫ E। ਇੱਥੇ ਅਸੀਂ ਪੁੱਟ ਕਰਨਾ ਸੀ cos ਥੀਟਾ, ਹੁਣ cos ਥੀਟਾ ਦੀ ਪਲੇਸ 'ਤੇ ਕੀ ਹੋਊਗਾ ਥੀਟਾ ਮਾਈਨਸ ਗਾਮਾ। ਇਹ ਹੋ ਜਾਏਗੀ ਇਹਦੀ ਪੋਲਰ ਇਕੁਏਸ਼ਨ। ਸੋ L upon R ਇਜ਼ ਇਕੁਅਲ ਟੂ ਦਿਸ ਵਨ, ਇਹ ਡਾਇਰੈਕਟਰੀਜ਼ ਦੀ ਸਾਰੀ ਇਕੁਏਸ਼ਨ ਹੋ ਗਈ। ਹੁਣ ਇਸ ਡਾਇਰੈਕਟਰੀਜ਼ ਦੀ ਇਕੁਏਸ਼ਨ ਵਿੱਚ ਯੂਜ਼ ਕਰਕੇ ਅਸੀਂ L ਦੀ ਵੈਲਿਊ ਫਾਈਂਡ ਕਰਨੀ ਆ। ਦੁਬਾਰਾ ਲਿਖ ਲੈਂਦੇ ਹਾਂ ਇਹਨੂੰ ਅਤੇ L ਦੀ ਵੈਲਿਊ ਨੂੰ ਫਾਈਂਡ ਕਰਦੇ ਹਾਂ। ਹਾਂਜੀ, ਐਲ ਦੀ ਵੈਲਿਊ ਬੱਚੇ ਸਾਡੇ ਕੋਲ ਕੀ ਹੈ, ਕਹਿੰਦੇ L upon R ਦੀ ਵੈਲਿਊ ਇਕੁਏਸ਼ਨ ਆਫ ਡਾਇਰੈਕਟਰੀਜ਼ ਮਾਈਨਸ ਆਫ E cos ਆਫ, ਜੇਕਰ ਇੱਥੇ ਇਕੱਲਾ ਥੀਟਾ ਤਾਂ ਥੀਟਾ, ਹੁਣ ਇੱਥੇ ਥੀਟਾ ਮਾਈਨਸ π/4 ਆ, ਤੈਨੂੰ ਐਜ਼ ਇਟ ਇਜ਼ ਲਿਖ ਲਾਂਗੇ ਬੱਚੇ। ਆਰ ਉੱਧਰ ਚਲਾ ਗਿਆ ਜਾਏਗਾ ਤਾਂ ਐਲ ਦੀ ਵੈਲਿਊ ਕੀ ਆਏਗੀ -E ਇੰਟੂ ਆਰ cos ਆਫ ਥੀਟਾ ਮਾਈਨਸ π/2। ਥੀਟਾ ਮਾਈਨਸ π/2 ਇਹਦੀ ਸਾਰੇ ਦੀ ਵੈਲਿਊ ਸਾਨੂੰ ਸਟੇਟਮੈਂਟ 'ਚ ਆਲਰੇਡੀ ਗਿਵਨ ਆ, ਕਿੰਨੀ ਆ 2/√2। ਸੋ ਇਹ ਕਰਾਂਗੇ ਤਾਂ ਇਹਦਾ ਆਂਸਰ ਆ ਜਾਏਗਾ -E 2/√2। ਬੱਚੇ E ਦੀ ਵੈਲਿਊ ਵੀ ਸਾਨੂੰ ਸਟੇਟਮੈਂਟ 'ਚ ਗਿਵਨ ਆ 1, ਸੋ ਇਹਦੀ ਵੈਲਿਊ ਅਸੀਂ ਜਦੋਂ 1 ਸਬਸਟੀਟਿਊਟ ਕੀਤੀ, L ਦੀ ਵੈਲਿਊ ਸਾਡੇ ਕੋਲ ਆ ਗਈ 2/√2 ਮਾਈਨਸ 2/√2। ਅਗੇਨ ਹੁਣ ਇਕੁਏਸ਼ਨ ਕੀ ਸੀ ਪੋਲਰ ਦੀ L upon R ਇਜ਼ ਇਕੁਅਲ ਟੂ 1 - E cos। ਬੱਚੇ ਹੁਣ ਥੀਟਾ ਦੀ ਪਲੇਸ 'ਤੇ ਕੀ ਆ ਥੀਟਾ ਮਾਈਨਸ π/4। ਐਲ ਦੀ ਵੈਲਿਊ ਇੱਥੇ ਸਬਸਟੀਟਿਊਟ ਕਰ ਦੇਣੀ ਹੈ -2/√2, -2/√2 ਪੁੱਟ ਕਰ ਦਾਂਗੇ। ਸਾਡੇ ਕੋਲ ਇਕੁਏਸ਼ਨ ਆਫ ਕੋਨਿਕ ਦੀ ਇਨ ਪੋਲਰ ਫਾਰਮ ਫਾਈਂਡ ਆਊਟ ਹੋ ਜਾਏਗੀ। ਇਹ ਸੀਗੀ ਸਾਡੀ ਸੈਕਿੰਡ ਐਗਜ਼ਾਮਪਲ। ਇਸ ਤੋਂ ਬਾਅਦ ਦੇਖਦੇ ਹਾਂ ਬੱਚੇ ਸਾਡੇ ਕੋਲ ਥਰਡ ਐਂਡ ਫੋਰਥ। ਥਰਡ ਐਗਜ਼ਾਮਪਲ ਕੀ ਆ, ਰਾਈਟ ਦੀ ਇਕੁਏਸ਼ਨ ਆਫ ਅ ਨਾਰਮਲ ਟੂ ਦਾ ਕੋਨਿਕ L upon R ਇਜ਼ ਇਕੁਅਲ ਟੂ 1 + E cos ਥੀਟਾ। ਦੇਖੋ ਹੁਣ ਇਹਦੇ ਕਿਹਦੇ ਅਕੋਰਡਿੰਗ ਕਿਹਾ, ਕਹਿੰਦੇ ਇਸ ਪੋਲਰ ਫਾਰਮ ਦੇ ਅਕੋਰਡਿੰਗ, ਮਤਲਬ ਹੁਣ ਇੱਥੇ ਸਾਨੂੰ ਪਲੱਸ ਦੀ ਥਾਂ 'ਤੇ ਆਲਰੇਡੀ ਮਾਈਨਸ ਦੀ ਥਾਂ 'ਤੇ ਆਲਰੇਡੀ ਪਲੱਸ ਦੇ ਰੱਖਿਆ। ਇਹਦੇ ਅਕੋਰਡਿੰਗ ਅਸੀਂ ਨੇ ਫਾਈਂਡ ਕਰਨੀ ਹੈ ਇਕੁਏਸ਼ਨ ਆਫ ਨਾਰਮਲ ਐਟ ਦੀ ਐਕਸਟ੍ਰੀਮਿਟੀ ਆਫ ਇਟਸ ਲੈਟਿਸ ਰੈਕਟਮ। ਲੈਟਿਸ ਰੈਕਟਮ ਜੇਕਰ ਇਹਦੇ ਐਂਡਿੰਗ ਪੁਆਇੰਟਸ ਹੋਣਗੇ ਜਾਂ ਇਹਦੇ ਉੱਤੇ ਲਾਈ ਕਰਦੇ ਹੋਣਗੇ, ਉਹਦੇ ਅਕੋਰਡਿੰਗ ਅਸੀਂ ਨਾਰਮਲ ਫਾਈਂਡ ਕਰਨੇ ਆ। ਦੇਖੋ ਐਕਸਟ੍ਰੀਮਿਟੀ ਆਫ ਲੈਟਿਸ ਰੈਕਟਮ ਜੇ ਇਹਨੂੰ ਅਸੀਂ ਡਰਾ ਕਰਨਾ ਚਾਹੀਏ, ਆ ਸਾਡੇ ਕੋਲ ਕੋਨਿਕ ਆ, ਇਸ ਮੰਨ ਲਓ ਇਹਦਾ ਫੋਕਸ ਆ। ਫੋਕਸ ਤੋਂ ਬੱਚੇ ਇੱਥੇ ਜਿਹੜੀ ਪਾਸ ਹੋਏਗੀ ਲਾਈਨ, ਇਹਨੂੰ ਅਸੀਂ ਸੈਮੀ ਲੈਟਿਸ ਰੈਕਟਮ ਬੋਲਦੇ ਹਾਂ। ਇਹਦੀ ਵੈਲਿਊ ਸਾਡੇ ਕੋਲ ਕਿੰਨੀ ਹੈ, ਕਹਿੰਦਾ ਇਹਦੇ ਐਕਸਟ੍ਰੀਮਿਟੀਜ਼, ਇਹਦੇ ਅਕੋਰਡਿੰਗ ਅਸੀਂ ਵੈਲਿਊ ਫਾਈਂਡ ਕਰਨੀ ਆ। ਹੁਣ ਇੱਥੇ ਬੱਚੇ ਕਿਹੜਾ ਪੁਆਇੰਟ ਹੋਊਗਾ, ਜੇ ਆਹ ਲੈਂਥ ਸਾਡੇ ਕੋਲ L ਆ ਅਤੇ ਇਹਦੇ ਵਿੱਚ ਐਂਗਲ ਕਿੰਨਾ ਹੋਊਗਾ 90 ਦਾ, ਕਿਉਂਕਿ ਇਹ ਸਾਡੇ ਕੋਲ ਲੈਟਿਸ ਰੈਕਟਮ ਫੋਕਸ ਦੇ ਵਿੱਚ ਦੀ ਪਾਸ ਹੁੰਦੀ ਹੈ, ਸੋ ਸਟ੍ਰੇਟ ਲਾਈਨ ਹੋਊਗੀ ਅਤੇ ਐਂਗਲ ਕਿੰਨੇ ਦਾ ਬਣਾਉਂਦੀ ਉਹ 90। ਹੁਣ ਜਿਹੜਾ ਇਹਦਾ ਪੋਲਰ ਕੋਆਰਡੀਨੇਟ ਲਿਖੀ ਦਾ ਹੁੰਦਾ ਬੱਚੇ, ਉਹ ਕੀ ਹੁੰਦਾ ਆਰ ਥੀਟਾ। ਆਰ ਦਾ ਮਤਲਬ ਲੈਂਥ ਅਤੇ ਥੀਟਾ ਦਾ ਮਤਲਬ ਉਹ ਕਿੰਨਾ ਐਂਗਲ ਬਣਾ ਰਹੀ ਆ। ਹੁਣ ਇੱਥੇ ਆਰ ਦੀ ਪਲੇਸ 'ਤੇ ਕੀ ਆਏਗਾ ਇਹਦੀ ਲੈਂਥ L ਅਤੇ ਥੀਟਾ ਦੀ ਪਲੇਸ 'ਤੇ ਐਂਗਲ ਕਿੰਨਾ π/2। ਸੋ ਜਿਹੜੇ ਇਹਦੇ ਵਿੱਚ ਪੁਆਇੰਟ ਭਰਨੇ ਨੇ ਅਸੀਂ ਜੋ ਵੀ ਕੋਨਿਕ ਦੀ ਇਕੁਏਸ਼ਨ ਦੇ ਵਿੱਚ, ਤਾਂ ਕੀ ਭਰਨਾ ਆਰ ਦੀ ਪਲੇਸ 'ਤੇ L ਭਰਾਂਗੇ ਅਤੇ ਥੀਟਾ ਦੀ ਪਲੇਸ 'ਤੇ ਐਂਗਲ ਦੀ ਪਲੇਸ 'ਤੇ ਅਸੀਂ ਕੀ ਭਰਾਂਗੇ π/2।
ਹੁਣ ਜਦੋਂ ਵੀ ਬੱਚੇ ਸਾਡੇ ਕੋਲ ਪੋਲਰ ਫਾਰਮ L/R ਇਜ਼ ਇਕੁਅਲ ਟੂ 1 + E cos ਥੀਟਾ ਹੋਏਗੀ, ਉਸ ਟਾਈਮ ਨੋਰਮਲ ਦੀ ਇਕੁਏਸ਼ਨ ਸਾਡੇ ਕੋਲ ਇਹ ਹੁੰਦੀ ਆ LE sin alpha upon 1 + E cos alpha into 1/R sin ਥੀਟਾ ਮਾਈਨਸ alpha plus E sin of ਥੀਟਾ। ਹੁਣ ਇਹਦੀ ਜਿਹੜੀ ਅਸੀਂ ਨੇ ਫਾਈਂਡ ਕੀ ਕਰਨੀ ਹੈ, ਐਕਸਟ੍ਰੀਮਿਟੀ ਪੁਆਇੰਟਸ 'ਤੇ ਲੈਟਸ ਰੈਕਟਮ ਦੀ ਐਕਸਟ੍ਰੀਮ ਪੁਆਇੰਟਸ 'ਤੇ ਦੀ ਫਾਈਂਡ ਕਰਨੀ ਆ। ਇਸ ਦਾ ਮਤਲਬ ਵਿੱਚ ਅਸੀਂ ਕੀ ਕਿਹਾ, ਆਰ ਦੀ ਪਲੇਸ 'ਤੇ ਅਸੀਂ L ਸਬਸਟੀਟਿਊਟ ਕਰ ਦੇਣਾ ਅਤੇ ਥੀਟਾ ਦੀ ਪਲੇਸ 'ਤੇ ਅਸੀਂ ਕੀ ਪੁੱਟ ਕਰ ਦੇਣਾ, ਸੌਰੀ ਵਿੱਚ ਥੀਟਾ ਨਹੀਂ ਐਲਫਾ, ਜੋ ਵੀ ਐਂਗਲ ਉਹਦੇ ਨਾਲ ਬਣ ਰਿਹਾ ਐਲਫਾ ਦੀ ਪਲੇਸ 'ਤੇ ਅਸੀਂ ਕੀ ਪੁੱਟ ਕਰ ਦੇਣਾ π/2। ਹੁਣ ਸੋ ਇਹਨੂੰ ਜਦੋਂ ਸਬਸਟੀਟਿਊਟ ਕੀਤਾ E ਐਜ਼ ਇਟ ਇਜ਼, L ਐਜ਼ ਇਟ ਇਜ਼, ਵਿੱਚ ਐਲਫਾ ਦੀ ਪਲੇਸ 'ਤੇ π/2 ਭਰਿਆ, E + 1 + E cos π/2 into 1/R, ਬੱਚੇ ਆਰ ਦੀ ਪਲੇਸ 'ਤੇ ਚਾਹੇ ਉਰੇ ਹੀ L ਭਰ ਦਿਓ, L ਸਾਈਨ ਥੀਟਾ ਮਾਈਨਸ π/2 + E ਸਾਈਨ ਆਫ ਥੀਟਾ ਐਜ਼ ਇਟ ਇਜ਼। ਐਲਫਾ ਦੀ ਪਲੇਸ 'ਤੇ ਅਸੀਂ ਨੇ ਕੀ ਭਰਤਾ ਪਾਈ। ਬੱਚੇ ਇਸ ਤਰ੍ਹਾਂ ਦੇ ਤਾਂ ਕਰਕੇ ਉਹਨਾਂ ਨੇ ਪਾਈ ਭਰਿਆ, ਐਲਫਾ ਦੀ ਪਲੇਸ 'ਤੇ π/2 ਭਰਿਆ, ਕਿਉਂਕਿ ਜਦੋਂ ਅਸੀਂ ਇਹਦੀ ਇਕੁਏਸ਼ਨ ਲੈਂਦੇ ਹਾਂ ਤਾਂ ਇਸ ਤਰ੍ਹਾਂ ਦੀ ਹੁੰਦੀ ਆ। ਮੰਨ ਲਓ ਸਾਡੇ ਕੋਲ ਫੋਕਸ ਆ, ਉਰੇ ਕੋਈ ਪੁਆਇੰਟ ਆ, ਉਰੇ ਜੋ ਐਂਗਲ ਬਣ ਰਿਹਾ ਹੁੰਦਾ ਉਹ ਐਲਫਾ ਹੁੰਦਾ, ਜਿਹੜਾ ਇੱਧਰ ਸਾਡੇ ਕੋਲ ਲੈਟਸ ਰੈਕਟਮ 'ਤੇ ਟੱਚ ਹੁੰਦੀ ਹੈ ਇਹਨੂੰ ਉਹ ਮੇਨਲੀ ਥੀਟਾ ਲੈ ਕੇ ਚੱਲਦੇ ਨੇ। ਹੁਣ ਅਸੀਂ ਕੀ ਕਿਹਾ ਇਹਦੇ ਲੈਟਸ ਰੈਕਟਮ ਤੱਕ, ਸੋ ਲੈਟਸ ਰੈਕਟਮ ਤੱਕ ਜਿਹੜਾ ਐਂਗਲ ਬਣੂਗਾ ਐਲਫਾ ਉਹ ਕਿੰਨਾ ਹੋਊਗਾ 90। ਸੋ ਇੱਥੇ ਅਸੀਂ ਐਲਫਾ ਦੀ ਪਲੇਸ 'ਤੇ 90 ਅਤੇ ਥੀਟਾ ਨੂੰ ਅਸੀਂ ਐਜ਼ ਇਟ ਇਜ਼ ਰੱਖਿਆ। ਭਰਨ ਤੋਂ ਬਾਅਦ ਬੱਚੇ ਵੈਲਿਊਜ਼ ਨੂੰ ਅਸੀਂ ਸੋਲਵ ਕੀਤਾ, ਜਿਹੜੀ ਵੈਲਿਊ ਕੱਟ ਹੋ ਰਹੀ ਸੀ ਕੱਟ ਕੀਤੀ, ਸਾਈਨ π/2 ਦੀ ਵੈਲਿਊ ਅਸੀਂ ਨੇ ਸਬਸਟੀਟਿਊਟ ਕੀਤੀ 1 ਹੁੰਦੀ ਆ, cos π/2 ਦੀ ਵੈਲਿਊ ਕਿੰਨੀ ਹੁੰਦੀ ਆ 0 ਹੁੰਦੀ ਆ। ਇਹ ਵੈਲਿਊ ਸਬਸਟੀਟਿਊਟ ਕਰਨ ਤੋਂ ਬਾਅਦ ਸੋਲਵ ਕੀਤਾ ਤਾਂ ਸਾਨੂੰ E ਦੀ ਵੈਲਿਊ ਮਿਲ ਗਈ ਬੱਚੇ -cos ਥੀਟਾ + E ਸਾਈਨ ਥੀਟਾ। ਹੁਣ ਅਗੇਨ ਇਹਨੂੰ ਹੋਰ ਸੋਲਵ ਕਰਨਾ ਤਾਂ E ਨੂੰ ਇੱਧਰ ਲਿਆਓ, ਕਾਮਨ ਨਿਕਲ ਜਾਏਗਾ ਤਾਂ cos ਥੀਟਾ -cos ਥੀਟਾ upon 1 - ਸਾਈਨ ਥੀਟਾ। ਇਹ ਵੀ ਕੀ ਆ ਜਾਊਗੀ ਇਕੁਏਸ਼ਨ ਆਫ ਆ ਨੋਰਮਲ, ਜਦੋਂ ਐਕਸਟ੍ਰੀਮਿਟੀਜ਼ ਕੀ ਹੋਣਗੀਆਂ ਲੈਟਸ ਰੈਕਟਮ ਦੀਆਂ ਹੋਣਗੀਆਂ ਅਸੀਂ ਚੂਜ਼ ਕਰਾਂਗੇ। ਅੱਗੇ 4th ਐਗਜ਼ਾਮਪਲ, find the condition that the line L/R A cos theta + B sin theta touch the conic this one। ਹੁਣ ਕੀ ਕਹਿ ਰਿਹਾ ਬੱਚੇ, ਕੰਡੀਸ਼ਨ ਫਾਈਂਡ ਕਰਨੀ ਆ ਕਿ ਕਦੋਂ ਆ ਲਾਈਨ ਆ ਜਿਹੜੀ ਉਹ ਸਾਡੇ ਕੋਲ ਟੱਚ ਕਰਦੀ ਹੋਏਗੀ ਕਿਸੇ ਕੋਨਿਕ ਨੂੰ। ਟੱਚ ਕਰਨ ਦਾ ਮਤਲਬ ਜਿਵੇਂ ਹੁਣ ਕਹਿ ਰਹੇ ਹਾਂ ਕਿ ਆ ਲਾਈਨ ਇਹਨੂੰ ਟੱਚ ਕਰ ਰਹੀ ਹੈ, ਬੱਚੇ ਟੱਚ ਕਰਨ ਦਾ ਮਤਲਬ ਉਸਦੀ ਟੇਂਜੈਂਟ ਦਾ ਹੀ ਕੰਮ ਕਰੂਗੀ। ਤਾਂ ਇਹ ਕੰਡੀਸ਼ਨ ਪੁੱਛ ਰਿਹਾ ਕਿ ਆਹ ਲਾਈਨ ਕਦੋਂ ਕੋਨਿਕ ਦੀ ਟੇਂਜੈਂਟ ਦਾ ਕੰਮ ਕਰੋਗੇ। ਹੁਣ ਇਹਨੂੰ ਦੇਖ ਲੈਂਦੇ ਹਾਂ। ਕਹਿੰਦੇ ਸਭ ਤੋਂ ਪਹਿਲਾਂ ਇਕੁਏਸ਼ਨ ਆਫ ਅ ਕੋਨਿਕ ਉਹਨੇ ਆਲਰੇਡੀ ਦੇ ਰੱਖੀ ਹੈ ਬੱਚੇ, ਕਿਹੜੀ ਅਸੀਂ ਟੇਕ ਕਰਨੀ ਹੈ L/R ਇਜ਼ ਇਕੁਅਲ ਟੂ 1 + E cos ਥੀਟਾ ਮਾਈਨਸ ਗਾਮਾ। ਅਸੀਂ ਇਹਨੂੰ ਟੇਕ ਕਰਨਾ। ਜਦੋਂ ਬੱਚੇ ਇਕੁਏਸ਼ਨ ਆਫ ਕੋਨਿਕ ਇਹ ਹੋਏਗੀ ਤਾਂ ਇਕੁਏਸ਼ਨ ਆਫ ਤੇ ਟੇਂਜੈਂਟ ਸਾਡੇ ਕੋਲ ਕੁਛ ਇਸ ਤਰ੍ਹਾਂ ਦੀ ਹੁੰਦੀ ਆ। ਨੈਕਸਟ ਪੇਜ 'ਤੇ ਅਸੀਂ ਇਕੁਏਸ਼ਨ ਆਫ ਅ ਟੇਂਜੈਂਟ ਲਿਖਾਂਗੇ ਇਸ ਫਾਰਮ ਦੀ ਵਿੱਚ। ਸਾਡੇ ਕੋਲ ਜਦੋਂ ਵੀ ਟੇਂਜੈਂਟ ਲਾਈਨ ਜਦੋਂ ਅਸੀਂ ਇਸ ਪੋਲਰ ਫਾਰਮ ਦੇ ਲਈ ਚੈੱਕ ਕਰਨੀ ਹੈ ਤਾਂ ਹੋਏਗੀ L/R cos ਥੀਟਾ ਮਾਈਨਸ ਐਲਫਾ + E cos ਥੀਟਾ ਮਾਈਨਸ ਗਾਮਾ। ਅਤੇ ਹੁਣ ਅਸੀਂ ਇਹਦੇ ਲਈ ਟੱਚ ਕਰਨ ਦੀ ਦੇਖ ਰਹੇ ਹਾਂ ਬੱਚੇ। ਹੁਣ ਇਹ ਕਹਿ ਰਿਹਾ ਕਿ ਇਹ ਟੱਚ ਕਰ ਰਹੀ ਹੈ ਲਾਈਨ ਕਿਸੇ ਕੋਨਿਕ ਨੂੰ। ਟੱਚ ਕਰਨ ਦਾ ਮਤਲਬ ਉਹਦੇ ਟੇਂਜੈਂਟ ਦੇ ਲਈ ਕੰਮ ਕਰ ਰਹੀ ਹੈ। ਜੇ ਟੇਂਜੈਂਟ ਆ ਬੱਚੇ ਤਾਂ ਅਸੀਂ ਇੱਕ ਪੁਆਇੰਟ 'ਤੇ ਇੱਕ ਹੀ ਟੇਂਜੈਂਟ ਹੋਊਗੀ, ਮਤਲਬ ਕੋਈ ਇੱਕ ਪੁਆਇੰਟ 'ਤੇ ਇੱਕ ਹੀ ਟੇਂਜੈਂਟ ਆ ਕੋਨਿਕ ਨੂੰ ਟੱਚ ਕਰਕੇ ਜਾਏਗੀ। ਤਾਂ ਹੁਣ ਅਸੀਂ ਇਹਨਾਂ ਦੋਹਾਂ ਨੂੰ ਸੋਲਵ ਕਰਕੇ ਆ ਕੌਂਸਟੈਂਟ A ਅਤੇ B ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਹੁਣ L/R A cos ਥੀਟਾ + B sin ਥੀਟਾ ਇਹਨੂੰ ਦਿੱਤਾ ਹੋਇਆ, ਅਤੇ ਅਸੀਂ ਬਾਏ ਡੈਫੀਨੇਸ਼ਨ ਕਹਿੰਦੇ ਜਦੋਂ ਕੋਨਿਕ ਹੋਏਗਾ ਤਾਂ ਉਹਦੀ ਟੇਂਜੈਂਟ ਤਾਂ ਇਸ ਤਰ੍ਹਾਂ ਦੀ ਹੁੰਦੀ ਆ। ਹੁਣ ਇਹਨੂੰ ਅੱਗੇ ਸੋਲਵ ਕਰ ਲਾਂਗੇ। cos A - B ਕਿਹਦੇ ਇਕੁਅਲ ਹੁੰਦਾ ਸਾਡੇ ਕੋਲ cos of A cos of B + sin of A sin of B। ਫਾਰਮੂਲਾ ਓਪਨ ਕੀਤਾ, ਸਿਮਿਲਰ ਬੱਚੇ ਇਹਦੇ ਲਈ ਫਾਰਮੂਲਾ ਓਪਨ ਕਰ ਲਾਂਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੀਆਂ ਕੁਛ ਟਰਮਸ ਬਣ ਜਾਣਗੀਆਂ। ਇਹਦੇ ਵਿੱਚੋਂ cos ਥੀਟਾ ਵਾਲੀਆਂ ਟਰਮਸ ਅਲੱਗ ਕਰ ਲਾਂਗੇ, sin ਥੀਟਾ ਵਾਲੀਆਂ ਟਰਮਸ ਅਲੱਗ ਕੀਤੀਆਂ। ਜਦੋਂ cos ਥੀਟਾ ਅਤੇ sin ਥੀਟਾ ਨੂੰ ਬੱਚੇ ਅਲੱਗ ਕੀਤਾ, ਉਸ ਤੋਂ ਬਾਅਦ ਇਹਨਾਂ ਦੋਨਾਂ ਸਟੇਟਮੈਂਟਸ ਦਾ ਅਸੀਂ ਨੇ ਕੰਪੈਰੀਜ਼ਨ ਕੀਤਾ, ਕਿਉਂਕਿ ਇੱਥੇ ਵੀ ਦੇਖੋ cos ਥੀਟਾ ਦੇ ਮੂਹਰੇ A ਕੋਫੀਸ਼ੀਐਂਟ ਸੀ, ਇੱਧਰ sin ਥੀਟਾ ਦੇ ਮੂਹਰੇ ਕੀ ਆ B ਕੋਫੀਸ਼ੀਐਂਟ। ਜਦੋਂ ਅਸੀਂ ਇਹਨਾਂ ਦੋਨਾਂ ਇਕੁਏਸ਼ਨ ਦਾ ਇਸ ਇਕੁਏਸ਼ਨ ਅਤੇ ਸਾਡੇ ਕੋਲ ਜੋ ਆ ਇਕੁਏਸ਼ਨ ਬਣੀ ਆ ਇਹਦਾ ਕੰਪੈਰੀਜ਼ਨ ਕਰਾਂਗੇ ਤਾਂ ਸਾਨੂੰ A ਦੀ ਵੈਲਿਊ ਕਿਹਦੇ ਇਕੁਅਲ ਮਿਲ ਜਾਏਗੀ cos ਐਲਫਾ + E cos ਗਾਮਾ, ਐਂਡ B ਦੀ ਵੈਲਿਊ ਸਾਨੂੰ ਕੀ ਮਿਲ ਜਾਏਗੀ sin ਐਲਫਾ + E sin ਗਾਮਾ। ਹੁਣ ਅਸੀਂ ਨੇ ਕਰਨਾ ਕਿਆ ਬੱਚੇ, ਕੰਡੀਸ਼ਨ ਫਾਰਮ ਕਰਨੀ ਹੈ, ਮਤਲਬ ਇਹਨਾਂ ਕੌਂਸਟੈਂਟ A B 'ਤੇ ਹੀ ਕੋਈ ਕੰਡੀਸ਼ਨ ਹੋਊਗੀ। ਦੇਖੋ ਇਹਦੇ ਵਿੱਚੋਂ ਵੀ ਜਿਹੜੀ E ਵਾਲੀ ਵੈਲਿਊ ਆ ਤਾਂ ਉੱਧਰ ਲੈ ਜਾਓ, ਇਹ ਬਣ ਜਾਏਗਾ A - E cos of ਗਾਮਾ B - E sin ਗਾਮਾ ਇਜ਼ ਇਕੁਅਲ ਟੂ cos ਐਲਫਾ sin ਐਲਫਾ। ਹੁਣ ਐਲਫਾ ਜੇ ਅਸੀਂ ਰਿਮੂਵ ਕਰ ਦਈਏ ਬੱਚੇ ਤਾਂ A ਦੀ B ਦੀ ਫਾਰਮ ਦੇ ਵਿੱਚ ਸਾਨੂੰ ਇੱਕ ਇਕੁਏਸ਼ਨ ਬਣ ਜਾਏਗੀ। ਕੀ ਕਰੋ, ਇਹਨਾਂ ਦੋਨਾਂ ਇਕੁਏਸ਼ਨ ਦੀ ਸਕੇਅਰਿੰਗ ਐਂਡ ਐਡਿੰਗ ਕਰ ਦਿਓ। ਜਦੋਂ ਅਸੀਂ ਇਹਨਾਂ ਦੋਹਾਂ ਨੂੰ ਸਕੇਅਰਿੰਗ ਐਂਡ ਐਡ ਕੀਤਾ ਤਾਂ ਸਾਡੇ ਕੋਲ ਇੱਧਰਲੀਆਂ ਟਰਮ ਦੀ ਵਿੱਚ ਸਕੇਅਰ
प्लस हो जाएंगे, सॉरी बाहर, एंड इधर भी दोहां की स्केयरिंग है नहीं। कॉस स्केयर थीटा प्लस साइन स्केयर थीटा इधर बन आ गया ए माइनस बी का स्केयर कि इक्वल ए स्केयर प्लस बी स्केयर माइनस 2ab, एंड यदा भी सिमिलर फॉर्मूला ए स्केयर प्लस बी स्केयर माइनस 2ab। अगेन बचे ई स्केयर ए चो कॉमन, ई स्केयर ए चो कॉमन, अंदर बचेगा कॉस स्केयर गामा प्लस साइन स्केयर गामा, ओदी वैल्यू 1। सो बच गया साढ़े कोल ए स्केयर बी स्केयर प्लस ई स्केयर माइनस बचे 2e, आ दो टर्म के विचों कॉमन निकल रहा 2e ए कॉस गामा प्लस बी साइन गामा कि इक्वल 1 दे 1 भी इधर लियाओ तो साढ़े कोल जिहड़ी इक्वेशन बन गई। कहते जो ए तो बी इस एक कंडीशन आ लाइन इस इक्वेशन कंडीशन सैटिस्फाई करती होएगी उदों ही असीं कहांगे कि वो लाइन केड़ी लाइन एल अपॉन आर ए कॉस थीटा प्लस बी साइन थीटा ये किसी कॉनिक नूं की करके लंघती होएगी, टच करके लंघती होएगी। आई होप समझ आ गई होनी सारी एग्जाम्पल। जे किसी च डाउट हो बचे तो तुसीं कमेंट बॉक्स च दस सकते हो, कोई भी प्रॉब्लम अगे होर किहड़े टॉपिक ते वीडियो चाहिए वो भी कमेंट बॉक्स च दस सकते हो।